ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ। मैं हाँ ਅਮਨਦੀਪ ਸਿੰਘ ਚੰਡ। किसान ਜਥੇਬੰਦੀਆਂ ਦੀ ਬੜੀ ਹੀ ਅਹਿਮ ਮੀਟਿੰਗ ਜਿਹੜੀ ਹੈ ਕੁਝ ਹੀ ਦੇਰ ਪਹਿਲਾਂ ਹੋਈ ਹੈ, ਜਿਸ ਦੇ ਵਿੱਚ ਵੱਡੇ ਫੈਸਲੇ ਲਏ ਗਏ ਨੇ। ਕਿਸਾਨਾਂ ਦੇ ਵੱਲੋਂ ਇਸ ਅੰਦੋਲਨ ਨੂੰ ਤਿੱਖਾ ਕਰਨ ਦੀ ਗੱਲ ਕੀਤੀ ਗਈ ਹੈ ਇਸ ਮੀਟਿੰਗ ਦੇ ਵਿੱਚ, ਔਰ ਮੀਟਿੰਗ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਪੱਤਰਕਾਰ ਵਾਰਤਾ ਕੀਤੀ ਗਈ ਹੈ। और लाइव अपडेट देने ਲਈ ਤੁਸੀਂ ਹਮਦਰਦ ਟੀਵੀ ਤੇ ਬਣੇ ਹੋਏ ਹੋ। ਸਭ ਤੋਂ ਅਹਿਮ ਵਿਚਾਰਾਂ ਇਹਦੇ ਵਿੱਚ ਕੀਤੀਆਂ ਗਈਆਂ ਨੇ। ਕਿਸਾਨਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਜਿਹੜਾ ਹੈ ਉਹਦਾ ਅੜੀਆ ਰਵੱਈਆ ਹਜੇ ਵੀ ਬਰਕਰਾਰ ਹੈ, ਜਿਸ ਦੌਰਾਨ 3 ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੇ ਮੰਗ ਤੇ ਜਿਹੜੀ ਕਿਸਾਨ ਜਥੇਬੰਦੀ ਜਿਹੜੀ 3 ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਹੈ ਉਹ ਬਿਲਕੁਲ ਨਹੀਂ ਮੰਨੀ ਜਾ ਰਹੀ, ਜਿਸ ਦੇ ਚੱਲਦਿਆਂ ਇਹ ਜਿਹੜਾ ਅੰਦੋਲਨ ਹੈ ਉਸ ਨੂੰ ਤਿੱਖਾ ਕਰਨ ਦੇ ਲਈ ਇਹ ਮੀਟਿੰਗ ਹੋਈ ਹੈ। ਮੀਟਿੰਗ ਤੋਂ ਬਾਅਦ ਪੱਤਰਕਾਰ ਵਾਰਤਾ ਹੋਈ ਹੈ, ਜਿਸ ਦੇ ਵਿੱਚ ਵੱਡੇ ਫੈਸਲੇ ਜਿਹੜੇ ਨੇ ਉਹ ਲਏ ਗਏ ਨੇ। ਇਹਨਾਂ ਵੱਡੇ ਫੈਸਲੇ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਤਾਂ ਵੱਡਾ ਫੈਸਲਾ ਇਹ ਲਿਆ ਗਿਆ ਕਿ ਕਿਸਾਨ ਆਗੂ ਰਿਲੇ ਹੰਗਰ ਸਟ੍ਰਾਈਕ ਤੇ ਬੈਠਣਗੇ। ਜੀ ਹਾਂ, ਇਹ ਹੰਗਰ ਸਟ੍ਰਾਈਕ ਜਿਹੜੀ ਹੈ 8 ਘੰਟੇ ਦੀ ਨਹੀਂ ਬਲਕਿ ਪੂਰੇ 24 ਘੰਟੇ ਦੀ ਹੋਵੇਗੀ ਅਤੇ ਹਰ ਰੋਜ਼ 11 ਆਗੂ ਜਿਹੜੇ ਨੇ ਭੁੱਖ ਹੜਤਾਲ ਤੇ ਬੈਠਣਗੇ ਅਤੇ ਇਹ ਭੁੱਖ ਹੜਤਾਲ ਸਾਰੇ ਹੀ ਬਾਰਡਰਾਂ ਤੇ ਕੀਤੀ ਜਾਵੇਗੀ। ਵੱਡੀ ਅਪਡੇਟ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਹੁਣ ਤੋਂ ਕੁਝ ਹੀ ਦੇਰ ਪਹਿਲਾਂ ਜਿਹੜੀ ਹੈ ਕਿਸਾਨ ਜਥੇਬੰਦੀਆਂ ਨੇ ਪੱਤਰਕਾਰ ਵਾਰਤਾ ਕਰ ਅੰਦੋਲਨ ਨੂੰ ਤਿੱਖਾ ਕਰਨ ਦੀ ਗੱਲ ਕਹੀ ਹੈ। ਔਰ ਸਭ ਤੋਂ ਪਹਿਲੀ ਜਿਹੜੀ ਖਬਰ ਹੈ, ਸਭ ਤੋਂ ਵੱਡਾ ਫੈਸਲਾ ਇਹ ਲਿਆ ਗਿਆ ਕਿ ਸਾਰੇ ਬਾਰਡਰਾਂ ਤੇ ਮੋਰਚਾ ਖੁੱਲ੍ਹਿਆ ਗਿਆ ਹੈ ਔਰ ਉਹਨਾਂ ਬਾਰਡਰਾਂ ਤੇ ਜਿਹੜੀ ਹੈ ਭੁੱਖ ਹੜਤਾਲ 24 ਘੰਟੇ ਦੇ ਲਈ ਕੀਤੀ ਜਾਵੇਗੀ, ਜਿਸ ਵਿੱਚ 11 ਆਗੂ ਬੈਠਣਗੇ ਤੇ ਫਿਰ 24 ਘੰਟੇ ਦੇ ਬਾਅਦ ਅਗਲੇ ਆਗੂ ਜਿਹੜੇ ਨੇ ਉਹ ਭੁੱਖ ਹੜਤਾਲ ਤੇ ਬੈਠਣਗੇ। ਵੱਡਾ ਫੈਸਲਾ ਲਿਆ ਗਿਆ ਹੈ। ਕਿਸਾਨ ਜਥੇਬੰਦੀਆਂ ਦੇ ਵੱਲੋਂ ਇਸ ਅੰਦੋਲਨ ਨੂੰ ਤਿੱਖਾ ਕਰਨ ਦੀ ਗੱਲ ਕੀਤੀ ਗਈ ਹੈ। ਇਸ ਦੇ ਨਾਲ ਹੀ ਅਗਲਾ ਜਿਹੜਾ ਵੱਡਾ ਫੈਸਲਾ ਹੈ ਉਹਦੇ ਬਾਬਤ ਗੱਲ ਕਰੀਏ ਤਾਂ 23 ਤਰੀਕ ਨੂੰ ਕਿਸਾਨ ਦਿਵਸ ਹੈ। ਵੱਡਾ ਫੈਸਲਾ ਲਿਆ ਗਿਆ ਹੈ। 23 ਤਰੀਕ ਨੂੰ ਕਿਸਾਨ ਦਿਵਸ ਹੈ, ਜਿਸ ਦੇ ਵਿੱਚ ਕਿਸਾਨਾਂ ਦੇ ਵੱਲੋਂ ਪੂਰੇ ਦੇਸ਼ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕਿਸਾਨਾਂ ਦਾ ਸਾਥ ਦੇਣ। ਜੀ ਹਾਂ, ਵੱਡਾ ਫੈਸਲਾ ਹੈ ਕਿਉਂਕਿ 23 ਤਰੀਕ ਨੂੰ ਕਿਸਾਨ ਦਿਵਸ ਹੈ ਔਰ ਕਿਸਾਨਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਇਸ ਦਿਨ ਪੂਰੇ ਦੇਸ਼ ਦੇ ਜਿਹੜੇ ਲੋਕ ਨੇ ਉਹ ਕਿਸਾਨ ਜਥੇਬੰਦੀਆਂ ਦਾ ਸਾਥ ਦੇਣ ਅਤੇ ਇੱਕ ਡੰਗ ਦੀ ਜਿਹੜੀ ਰੋਟੀ ਹੈ ਉਹ ਤਿਆਗਣ ਅਤੇ ਖੇਤੀ ਕਾਨੂੰਨਾਂ ਦੇ ਵਿਰੋਧ ਕਰਨ ਤਾਂ ਜੋ ਕੇਂਦਰ ਦੀ ਸਰਕਾਰ ਤੇ ਹੋਰ ਦਬਾਅ ਜਿਹੜਾ ਹੈ ਬਣਾਇਆ ਜਾ ਸਕੇ। ਇਸ ਦੇ ਨਾਲ ਹੀ ਤੀਸਰਾ ਜੋ ਐਲਾਨ ਕੀਤਾ ਗਿਆ ਇਸ ਪੱਤਰਕਾਰ ਵਾਰਤਾ ਦੇ ਵਿੱਚ ਦੱਸਿਆ ਗਿਆ, ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ 25, 26 ਤੇ 27 ਤਰੀਕ ਨੂੰ ਹਰਿਆਣਾ ਦੇ ਸਾਰੇ ਟੂਲ ਪਲਾਜ਼ੇ ਜਿਹੜੇ ਆ ਮੁਫਤ ਕੀਤੇ ਜਾਣਗੇ। ਜੀ ਹਾਂ, ਬਿਲਕੁਲ ਪੰਜਾਬ ਦੇ ਵਿੱਚ ਤਾਂ ਪਹਿਲਾਂ ਤੋਂ ਹੀ ਜਿਹੜੇ ਟੂਲ ਪਲਾਜ਼ੇ ਨੇ ਉਹ ਬਿਲਕੁਲ ਮੁਫਤ ਨੇ, ਬਿਲਕੁਲ ਫ੍ਰੀ ਨੇ। ਔਰ ਇਸ ਪੱਤਰਕਾਰ ਵਾਰਤਾ ਦੇ ਵਿੱਚ ਕਿਸਾਨਾਂ ਦੇ ਵੱਲੋਂ ਕਿਸਾਨੀ ਅੰਦੋਲਨ ਨੂੰ ਹੋਰ ਤਿੱਖਾ ਕਰਨ ਦੇ ਲਈ ਪੂਰੇ ਹਰਿਆਣਾ ਦੇ ਟੋਲ ਪਲਾਜ਼ੇ ਜਿਹੜੇ ਨੇ 25, 26 ਤੇ 27 ਨੂੰ ਹਰਿਆਣਾ ਦੇ ਸਾਰੇ ਟੂਲ ਪਲਾਜ਼ੇ ਜਿਹੜੇ ਨੇ ਫ੍ਰੀ ਕਰਨ ਦਾ ਐਲਾਨ ਕੀਤਾ ਗਿਆ ਹੈ। ਵੱਡੀ ਅਪਡੇਟ ਹਮਦਰਦ ਟੀਵੀ ਤੇ ਤੁਸੀਂ ਦੇਖ ਰਹੇ ਹੋ। ਪੱਤਰਕਾਰ ਵਾਰਤਾ ਜਿਹੜੀ ਹੈ ਕੁਝ ਹੀ ਦੇਰ ਪਹਿਲਾਂ ਕਿਸਾਨਾਂ ਦੇ ਵੱਲੋਂ ਖਤਮ ਹੋਈ ਹੈ ਔਰ ਵੱਡੇ ਫੈਸਲੇ ਕੀਤੇ ਗਏ ਨੇ। ਅੰਦੋਲਨ ਨੂੰ ਤਿੱਖਾ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਔਰ ਚੌਥਾ ਜਿਹੜਾ ਫੈਸਲਾ ਕੀਤਾ ਗਿਆ ਪੱਤਰਕਾਰ ਵਾਰਤਾ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਜੋ ਦੱਸਿਆ ਗਿਆ ਉਸ ਦੇ ਮੁਤਾਬਕ ਇਹ ਕਿਹਾ ਗਿਆ ਹੈ ਕਿ ਕਿਸਾਨ ਜਥੇਬੰਦੀਆਂ ਨੇ ਅੰਦੋਲਨ ਨੂੰ ਹੋਰ ਵੱਡਾ ਕਰਨ ਲਈ ਪੂਰੀ ਦੁਨੀਆ ਦੇ ਵਿੱਚ ਜਿੰਨੇ ਵੀ ਭਾਰਤੀ ਵਸਦੇ ਨੇ ਉਹਨਾਂ ਨੂੰ ਇਹ ਅਪੀਲ ਕੀਤੀ ਹੈ ਕਿ ਸਫਾਰਤਖਾਨੇ ਯਾਨੀ ਕਿ ਜਿੰਨੇ ਵੀ ਦੂਤ ਘਰ ਨੇ, ਵੱਖ-ਵੱਖ ਦੇਸ਼ਾਂ ਦੇ ਦੂਤ ਘਰ ਨੇ, ਪੂਰੇ ਭਾਈਚਾਰੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਜੋ ਵਿਦੇਸ਼ਾਂ ਦੀ ਧਰਤੀ ਤੇ ਵਸਦੇ ਨੇ ਉਹਨਾਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਜਿਹੜੇ ਦੂਤ ਘਰ ਨੇ ਉਹਨਾਂ ਨੂੰ ਘੇਰਿਆ ਜਾਵੇ, ਉੱਥੇ ਪ੍ਰਦਰਸ਼ਨ ਕੀਤਾ ਜਾਵੇ ਔਰ ਉਹਨਾਂ ਨੂੰ ਮੈਮੋਰੰਡਮ ਦਿੱਤੇ ਜਾਣ ਤਾਂ ਜੋ ਕੇਂਦਰ ਦੀ ਮੋਦੀ ਸਰਕਾਰ ਜਿਹੜੀ ਹੈ ਉਹ ਇਹਨਾਂ 3 ਖੇਤੀ ਕਾਨੂੰਨਾਂ ਨੂੰ ਜਿਹੜੀ ਅੜੀਅਲ ਰਵੱਈਆ ਹਜੇ ਵੀ ਬਰਕਰਾਰ ਹੈ ਉਹਨਾਂ ਨੂੰ ਅੜੀਅਲ ਰਵੱਈਆ ਤੋੜੇ ਔਰ ਇਹਨਾਂ 3 ਖੇਤੀ ਕਾਨੂੰਨਾਂ ਨੂੰ ਤੇ ਜਿਹੜਾ ਅੰਤਰਰਾਸ਼ਟਰੀ ਪੱਧਰ ਤੇ ਦਬਾਅ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ। ਵੱਡਾ ਫੈਸਲਾ ਹੈ ਕਿਸਾਨ ਜਥੇਬੰਦੀਆਂ ਦੇ ਵੱਲੋਂ ਇਸ ਮੀਟਿੰਗ ਦੇ ਵਿੱਚ ਲਿਆ ਗਿਆ ਹੈ। 25 ਤੇ 26 ਤਰੀਕ ਨੂੰ ਬਾਹਰਲੇ ਦੇਸ਼ਾਂ 'ਚ ਵਸਦੇ ਭਾਰਤੀਆਂ ਨੂੰ ਸਫਾਰਤਖਾਨੇ ਘੇਰਨ ਦੇ ਲਈ ਕਿਹਾ ਗਿਆ ਹੈ। ਇਸ ਤੋਂ ਅਗਲੇ ਫੈਸਲੇ ਦੀ ਗੱਲ ਕਰੀਏ ਤਾਂ 5ਵੇਂ ਫੈਸਲੇ ਦੇ ਵਿੱਚ ਕਿਸਾਨਾਂ ਨੇ NDA ਦੇ ਜਿੰਨੇ ਵੀ ਭਾਈਵਾਲ ਨੇ, ਜੀ ਹਾਂ ਇਹ ਵੀ ਵੱਡਾ ਅਹਿਮ ਫੈਸਲਾ ਲਿਆ ਗਿਆ ਹੈ, NDA ਦੇ ਜਿੰਨੇ ਵੀ ਭਾਈਵਾਲ ਨੇ ਉਹਨਾਂ ਨੂੰ ਕਾਨੂੰਨਾਂ ਦਾ ਵਿਰੋਧ ਕਰਨ ਲਈ ਕਿਹਾ ਜਾਵੇਗਾ। ਜੀ ਹਾਂ, ਜੇਕਰ ਉਹ ਨਹੀਂ ਮੰਨਦੇ ਤਾਂ ਠੀਕ ਹੈ, ਜੇਕਰ ਮੰਨ ਜਾਂਦੇ ਨੇ ਤਾਂ ਠੀਕ ਹੈ, ਮਾਫ ਕਰਨਾ, ਜੇਕਰ ਨਹੀਂ ਮੰਨਦੇ ਤਾਂ ਉਹਨਾਂ ਦਾ ਵੀ ਵਿਰੋਧ ਕੀਤਾ ਜਾਵੇਗਾ। ਮਤਲਬ ਸਾਫ਼ ਹੈ ਕਿ ਕਿਸਾਨਾਂ ਦੇ ਵੱਲੋਂ ਜੋ NDA ਯਾਨੀ ਕਿ ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ ਜੋ ਭਾਰਤੀ ਜਨਤਾ ਪਾਰਟੀ ਦੇ ਭਾਈਵਾਲ ਨੇ ਉਹਨਾਂ ਨੂੰ ਸੱਦਾ ਪੱਤਰ ਦਿੱਤਾ ਜਾਵੇਗਾ ਕਿ ਉਹ ਕਾਨੂੰਨਾਂ ਦਾ ਵਿਰੋਧ ਕਰਨ। ਜੇ ਤਾਂ ਮੰਨ ਜਾਂਦੇ ਨੇ ਤਾਂ ਠੀਕ ਹੈ, ਨਹੀਂ ਤਾਂ ਕਿਸਾਨਾਂ ਦੇ ਵੱਲੋਂ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਉਹਨਾਂ ਦਾ ਵੀ ਵੱਡੇ ਪੱਧਰ ਤੇ ਵਿਰੋਧ ਕੀਤਾ ਜਾਵੇਗਾ। ਇਸ ਅੰਦੋਲਨ ਦੇ ਵਿੱਚ ਅੰਦੋਲਨ ਨੂੰ ਤਿੱਖਾ ਕਰਨ ਦੇ ਲਈ ਅਹਿਮ ਫੈਸਲੇ ਕੀਤੇ ਗਏ ਨੇ।
ਅਗਲੀ ਸਭ ਤੋਂ ਵੱਡੀ ਅਹਿਮ ਖਬਰ ਜਿਹੜੀ ਹੈ, ਅਹਿਮ ਫੈਸਲਾ ਇਸ ਦੇ ਵਿੱਚ ਲਿਆ ਗਿਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇਸ਼ ਦੇ ਲੋਕਾਂ ਨੂੰ ਸੰਬੋਧਨ ਕਰਨ ਦੇ ਲਈ ਮਨ ਦੀ ਬਾਤ ਕਰਦੇ ਨੇ, ਮਨ ਕੀ ਬਾਤ ਕਰਦੇ ਨੇ ਦੇਸ਼ ਦੇ ਲੋਕਾਂ ਨੂੰ ਸੰਬੋਧਨ ਕਰਨ ਦੇ ਲਈ। ਔਰ ਇਸ ਮੀਟਿੰਗ ਤੋਂ ਬਾਅਦ ਜੋ ਪੱਤਰਕਾਰ ਵਾਰਤਾ ਕਿਸਾਨਾਂ ਦੇ ਵੱਲੋਂ ਕੀਤੀ ਗਈ ਹੈ, ਉਸ ਦੇ ਵਿੱਚ ਇਹ ਵੱਡਾ ਫੈਸਲਾ ਲਿਆ ਗਿਆ ਹੈ ਕਿ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ 27 ਤਰੀਕ ਨੂੰ ਜਿਹੜੀ ਹੈ ਮਨ ਕੀ ਬਾਤ ਕਰਨਗੇ, ਉਸ ਦੇ ਵਿੱਚ ਪੂਰੇ ਦੇਸ਼ ਦੇ ਲੋਕ ਜਿਹੜੇ ਨੇ, ਲੋਕਾਂ ਨੂੰ ਅਪੀਲ ਕੀਤੀ ਹੈ ਕਿ ਥਾਲੀਆਂ ਖੜਕਾ ਕੇ ਉਸ ਮਨ ਕੀ ਬਾਤ ਦਾ ਵਿਰੋਧ ਕਰਨ ਔਰ ਜੋ 3 ਖੇਤੀ ਕਾਨੂੰਨ ਨੇ ਉਹਨਾਂ ਨੂੰ ਰੱਦ ਕਰਨ ਦੀ ਮੰਗ ਕਰਨ। ਕਿਉਂਕਿ ਵੱਡੀ ਖਬਰ ਹੈ, 27 ਤਰੀਕ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਮਨ ਕੀ ਬਾਤ ਕਰਨਗੇ। ਮਨ ਕੀ ਜੇਕਰ ਬਾਤ ਕਰਨਗੇ ਤਾਂ ਸੇਮ ਸਮੇਂ ਦੇ ਉੱਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਪੂਰੇ ਦੇਸ਼ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਥਾਲੀਆਂ ਖੜਕਾ ਕੇ ਕਿਸਾਨਾਂ ਦੀ ਆਵਾਜ਼ ਜੇਕਰ ਮੋਦੀ ਸਰਕਾਰ ਦਬਾਉਣਾ ਚਾਹੁੰਦੀ ਹੈ ਤਾਂ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ, ਤਾਂ ਜੋ ਮਨ ਕੀ ਬਾਤ ਦੇ ਵਿੱਚ ਜਿੰਨਾ ਸਮਾਂ ਮਨ ਕੀ ਬਾਤ ਚੱਲੇਗੀ ਉਨਾ ਸਮਾਂ ਹੀ ਦੇਸ਼ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਥਾਲੀਆਂ ਖੜਕਾ ਕੇ ਜਿਹੜਾ ਹੈ 3 ਖੇਤੀ ਕਾਨੂੰਨ ਦਾ ਸਮਰਥਨ ਕਰਨ ਔਰ ਕੇਂਦਰ ਦੀ ਜਿਹੜੀ ਮੋਦੀ ਸਰਕਾਰ ਹੈ ਉਸ ਤੇ ਦਬਾਅ ਬਣਾਇਆ ਜਾਵੇ ਕਿ ਜਿਹੜੇ 3 ਖੇਤੀ ਕਾਨੂੰਨ ਹੈ ਰੱਦ ਕਰਨ। ਵੱਡੀ ਖਬਰ ਹੈ, ਅਹਿਮ ਖਬਰ ਹੈ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਨ ਕੀ ਬਾਤ ਕਰਦੇ ਨੇ ਔਰ ਇਹ ਉਸੇ ਤਰੀਕੇ ਦੀ ਖਬਰ ਹੈ ਜਦੋਂ ਕਰੋਨਾ ਕਾਲ ਦੇ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਵੀ ਐਲਾਨ ਕੀਤਾ ਜਾਂਦਾ ਸੀਗਾ ਲੋਕਾਂ ਨੂੰ ਕਿ ਕਰੋਨਾ ਕਾਲ ਦੇ ਵਿੱਚ ਇਕਜੁੱਟਤਾ ਦਿਖਾਉਣ ਦੇ ਲਈ ਥਾਲੀਆਂ ਖੜਕਾਉਣ। ਬਿਲਕੁਲ ਉਸੇ ਤਰੀਕੇ ਦੇ ਨਾਲ ਅੱਜ ਕਿਸਾਨ ਜਥੇਬੰਦੀਆਂ ਦੇ ਵੱਲੋਂ ਉਸੇ ਤਰੀਕੇ ਦੇ ਨਾਲ ਜਿੱਦਾਂ ਕਰੋਨਾ ਦੇ ਵਿੱਚ ਪ੍ਰਧਾਨ ਮੰਤਰੀ ਦੀ ਅਪੀਲ ਜਿਹੜੀ ਸੀ ਲੋਕਾਂ ਨੇ ਮੰਨਿਆ ਸੀਗਾ, ਉਹ ਥਾਲੀਆਂ ਖੜਕਾਈਆਂ ਸੀਗੀਆਂ, ਬਿਲਕੁਲ ਉਸੇ ਤਰੀਕੇ ਦੇ ਨਾਲ ਮਾਫ ਕਰਨਾ, ਇਹ ਗੱਲ ਕਹੀ ਗਈ ਹੈ ਕਿ ਜਿਹੜੀ 27 ਤਰੀਕ ਨੂੰ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਨ ਕੀ ਬਾਤ ਕਰਨਗੇ ਤਾਂ ਮਨ ਕੀ ਬਾਤ ਦੇ ਵਿੱਚ ਜਦੋਂ ਉਸੇ ਸੇਮ ਸਮੇਂ ਦੇ ਵਿੱਚ ਜਿੰਨੇ ਵੀ ਦੇਸ਼ ਦੇ ਲੋਕ ਨੇ ਉਹਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਥਾਲੀਆਂ ਖੜਕਾ ਕੇ ਉਸ ਚੀਜ਼ ਦਾ ਵਿਰੋਧ ਕਰਨ। ਔਰ ਅਹਿਮ ਖਬਰ ਹੋਰ ਵੀ ਬਣੀ ਹੋਈ ਹੈ ਕਿਉਂਕਿ ਵੱਡੇ ਫੈਸਲੇ ਲਏ ਗਏ ਨੇ। ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਲਗਾਤਾਰ ਜਿਹੜਾ ਰੁਖ ਹੈ ਉਹ ਆਪਣਾ ਅਖਤਿਆਰ ਕੀਤਾ ਜਾ ਰਿਹਾ ਹੈ, ਅੰਦੋਲਨ ਨੂੰ ਹੋਰ ਤੇਜ਼ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਔਰ 7ਵੀਂ ਜਿਹੜੇ ਅਹਿਮ ਫੈਸਲਾ ਲਿਆ ਗਿਆ ਹੈ ਉਸ ਦੇ ਵਿੱਚ ਜਿੱਦਾਂ ਪਹਿਲਾਂ ਵੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਅਬਾਨੀ ਤੇ ਅੰਡਾਨੀ ਦੀਆਂ ਜਿੰਨੀਆਂ ਵੀ ਵਸਤੂਆਂ ਨੇ ਉਸ ਦਾ ਬਾਈਕਾਟ ਕਰਨ, ਪੂਰੇ ਦੇਸ਼ ਦੇ ਜਿਹੜੇ ਲੋਕ ਨੇ ਬਾਈਕਾਟ ਕਰਨ। ਬਿਲਕੁਲ ਉਸੇ ਤਰੀਕੇ ਦੇ ਨਾਲ ਉਹਨਾਂ ਨੇ ਇਸ ਮੀਟਿੰਗ ਤੋਂ ਬਾਅਦ ਜਿਹੜੀ ਪੱਤਰਕਾਰ ਵਾਰਤਾ ਕੀਤੀ ਹੈ ਉਹਦੇ ਵਿੱਚ ਇਸ ਨੂੰ ਪੂਰਨ ਤੌਰ ਤੇ ਜਿਹੜਾ ਹੈ ਕਿਹਾ ਹੈ ਕਿ ਜਿੰਨੇ ਵੀ ਅਬਾਨੀ ਤੇ ਅੰਡਾਨੀਆਂ ਦੇ ਪ੍ਰੋਡਕਟ ਨੇ ਮਾਰਕੀਟ ਦੇ ਵਿੱਚ ਆਉਂਦੇ ਨੇ ਉਸ ਦਾ ਬਾਈਕਾਟ ਕੀਤਾ ਜਾਵੇ। ਖਾਸ ਤੌਰ ਤੇ ਇੱਥੇ ਜਿਹੜਾ ਅਡਾਨੀ ਗਰੁੱਪ ਦਾ ਜਿਹੜਾ ਫੋਰਚੂਨ ਆਉਂਦਾ ਹੈ ਉਸ ਦਾ ਵੱਧ ਤੋਂ ਵੱਧ ਬਾਈਕਾਟ ਕਰਨ ਦੀ ਗੱਲ ਕਹੀ ਗਈ ਹੈ ਕਿਉਂਕਿ ਕਿਸਾਨਾਂ ਦੇ ਰਿਲੇਟਿਡ ਪ੍ਰੋਡਕਟ ਹੈ। ਔਰ ਇਸ ਮੀਟਿੰਗ ਦੇ ਵਿੱਚ, ਇਸ ਪੱਤਰਕਾਰ ਵਾਰਤਾ ਦੇ ਵਿੱਚ ਪੂਰੇ ਜਿੰਨੇ ਵੀ ਦੇਸ਼ ਦੇ ਲੋਕ ਨੇ ਉਹਨਾਂ ਨੂੰ ਇਹਨਾਂ ਪ੍ਰੋਡਕਟਾਂ ਦਾ ਬਾਈਕਾਟ ਕਰਨ ਦੀ ਗੱਲ ਕਹੀ ਗਈ ਹੈ। ਔਰ 8ਵਾਂ ਜਿਹੜਾ ਫੈਸਲਾ ਹੈ ਉਹ ਵੀ ਬਹੁਤ ਅਹਿਮ ਫੈਸਲਾ ਹੈ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਕੁਝ ਗੱਲਾਂ ਸਾਹਮਣੇ ਆਈਆਂ ਸੀਗੀਆਂ ਕਿ ਕੇਂਦਰ ਦੇ ਵੱਲੋਂ ਜਿਹੜੇ ਆੜਤੀ ਨੇ, ਜਿਹੜੇ ਕਿਸਾਨ ਜਥੇਬੰਦੀਆਂ ਦਾ ਜਿਹੜੇ ਆੜਤੀ ਸਾਥ ਦੇਂਦੇ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਔਰ ਵੱਖ-ਵੱਖ ਤਰੀਕੇ ਦੇ ਨੋਟੀਫਿਕੇਸ਼ਨ ਭੇਜੇ ਜਾ ਰਹੇ ਨੇ। ਔਰ ਇਸ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਹੈ ਖਾਸ ਕਰਕੇ ਜਿਹੜੇ ਕਿਸਾਨ ਆਗੂ ਨੇ ਰੁਲਦੂ ਸਿੰਘ ਮਾਨਸਾ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਉਹ ਜਿਹੜੇ ਨੇ ਜਿੰਨੇ ਵੀ ਕਿਸਾਨ ਨੇ ਸਾਰੇ ਆੜਤੀਆਂ ਦੇ ਨਾਲ ਖੜੇ ਨੇ ਔਰ ਕੇਂਦਰ ਦੇ ਵੱਲੋਂ ਜੋ ਪ੍ਰਤੀਕਿਰਿਆ ਕੀਤੀ ਜਾ ਰਹੀ ਹੈ, ਜੋ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ, ਉਹ ਉਸ ਚੀਜ਼ ਦੀ ਨਿੰਦਾ ਕਰਦੇ ਨੇ। ਔਰ ਪੂਰੇ ਕਿਸਾਨ ਜਿਹੜੇ ਜਥੇਬੰਦੀਆਂ, ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ ਉਹ ਆੜਤੀਆਂ ਦੇ ਨਾਲ ਖੜੀਆਂ ਨੇ, ਇਸ ਕਰਕੇ ਉਹਨਾਂ ਨੂੰ ਬਿਲਕੁਲ ਵੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਔਰ ਇਸ ਪੱਤਰਕਾਰ ਵਾਰਤਾ ਦੇ ਵਿੱਚ 5 ਮੈਂਬਰੀ ਕਮੇਟੀ ਬਣਾ ਕੇ ਆੜਤੀਆਂ ਦੇ ਨਾਲ 5 ਮੈਂਬਰੀ ਕਮੇਟੀ ਗੱਲਬਾਤ ਕਰੇਗੀ ਔਰ ਇਹ ਸਾਫ਼ ਕਰ ਦਿੱਤਾ ਹੈ ਕਿਸਾਨਾਂ ਦੇ ਵੱਲੋਂ ਕਿ ਉਹ ਆੜਤੀਆਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਗਾ ਕੇ ਖੜੇ ਨੇ। ਜਿਸ ਤਰ੍ਹਾਂ ਉਹ ਆੜਤੀਏ ਆਪਾਂ ਪਿੱਛੇ ਦੇਖਿਆ ਕਿ ਕਿਸਾਨਾਂ ਦੇ ਨਾਲ ਇਹਨਾਂ 3 ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਆੜਤੀਆਂ ਦੇ ਵੱਲੋਂ ਪਹਿਲੇ ਦਿਨ ਤੋਂ ਸਮਰਥਨ ਕੀਤਾ ਜਾ ਰਿਹਾ ਹੈ। ਸ਼ਾਇਦ ਇਹੀ ਕਾਰਨ ਸੀਗਾ ਕਿ ਕੇਂਦਰ ਦੇ ਵੱਲੋਂ ਟਾਰਗੇਟ ਕੀਤਾ ਜਾ ਰਿਹਾ, ਵੱਖ-ਵੱਖ ਤਰੀਕੇ ਦੇ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਨੇ ਔਰ ਕਿਤੇ ਨਾ ਕਿਤੇ ਇਹ ਗੱਲ ਸਾਫ਼ ਕਰ ਦਿੱਤੀ ਹੈ ਅੱਜ ਕਿ ਕਿਸਾਨ ਜਿਹੜੇ ਨੇ ਜਿੰਨੇ ਵੀ ਆੜਤੀ ਨੇ ਉਹਨਾਂ ਦੇ ਨਾਲ ਖੜੇ ਨੇ। 5 ਮੈਂਬਰੀ ਕਮੇਟੀ ਬਣਾਈ ਗਈ ਹੈ ਜੋ ਆੜਤੀਆਂ ਦੇ ਨਾਲ ਇਸ ਸੰਬੰਧੀ ਗੱਲਬਾਤ ਕਰੇਗੀ ਔਰ ਇਸ ਮੀਟਿੰਗ ਦੇ ਵਿੱਚ ਬੜੇ ਹੀ ਅਹਿਮ ਫੈਸਲੇ ਕੀਤੇ ਗਏ ਨੇ। ਔਰ ਹੋਰ ਕਿਸਾਨੀ ਜਿਹੜਾ ਸੰਘਰਸ਼ ਹੈ, ਜਿਹੜਾ ਘੋਲ ਹੈ ਪਹਿਲਾਂ ਹੀ ਜੋ ਬੰਦੇ ਚੱਲ ਰਿਹਾ ਹੈ, ਪਰ ਇਸ ਨੂੰ ਤਿੱਖਾ ਕਰਨ ਦੇ ਲਈ ਜਿਹੜਾ ਹੈ
ਇਹ ਮੀਟਿੰਗ ਹੋਈ ਹੈ। ਮੀਟਿੰਗ ਤੋਂ ਬਾਅਦ ਪੱਤਰਕਾਰ ਵਾਰਤਾ ਹੋਈ ਹੈ। ਪੱਤਰਕਾਰ ਵਾਰਤਾ ਦੇ ਵਿੱਚ ਇਹ ਅਹਿਮ ਫੈਸਲੇ ਕੀਤੇ ਗਏ ਨੇ। ਹੋਰ ਕੀ ਕੁਝ ਕਿਹਾ ਹੈ इस पत्रकार वार्ता ਦੇ ਵਿੱਚ आओ एक बारी जान लेने। तो आज हमने श्रद्धांजलि दिवस पूरे देश और दुनिया में बुलावा दिया था। सब जगह वो जोश और खरोश से शहीदों को श्रद्धांजलि, जो आज तक 40 के करीब दिल्ली मोर्चे में शहीद हो चुके हैं, उनको श्रद्धांजलि दी गई। और उसके बाद आज हमारी बैठक थी। इस बैठक में संयुक्त किसान मोर्चा की बैठक में हमने काफ़ी डिटेल से आने वाले आंदोलन के बारे में डिस्कस किया और बहुत सारे हमने आने वाले दिनों के लिए अपने प्रोग्राम बनाए हैं, जिसे हमारे बीच में आज योगेंद्र यादव जी हैं इस प्रेस कॉन्फ्रेंस के लिए, टिकैत जी हैं, डल्लेवाल जी हैं और जसवीर भट्टी जी हैं और रोडू सिंह मानसा जी हैं। इसी बीच ये बता दूं कि सेंट्रल गवर्नमेंट ने बहुत सारे हमारे किसानों को भी, आड़तियों को भी, बहुत शेलर मार्कों भी अलग अलग प्रांतों में परेशान करना शुरू किया है। इनकम टैक्स ने वहाँ रेड किया है उनके घरों के ऊपर, ऑफिस के ऊपर। उसकी हम सबसे पहले हम अपने इस मंच की तरफ से उसकी निंदा करते हैं और डिमांड करते हैं कि केंद्र सरकार लोगों को परेशान करना बंद करे। आगे की कार्रवाई मैं शुरू करने के लिए योगेंद्र जी से शुरू करता हूं। मेरे दाएं साइड से आगे साथी एक एक करके बोलते जाएंगे। योगेंद्र जी। साथियों, टाइम कम करते चलो। सबसे पहले तो मैं आपसे माफी मांगता हूं कि एक हफ्ते के लिए गैर हाजिर रहा यहाँ से। और गैर हाजिरी की वजह ये थी कि हमारे साथियों ने जिम्मेवारी लगाई थी कि मुझे वहाँ जयपुर दिल्ली हाईवे पे जाके हमारे जितने तमाम संगठन हैं सबके साथ कोऑर्डिनेट करके उस मोर्चे को कायम करने की कोशिश करनी थी। और मुझे बेहद खुशी है बताते हुए कि तमाम मुश्किलों के बावजूद संयुक्त किसान मोर्चा के साथ जितने संगठन जुड़े हैं और जो इस देश के किसान के मन में जो फीलिंग इस वक्त पैदा हो रही है, उसकी वजह से वो जो जयपुर दिल्ली हाईवे का जो मोर्चा है वो भी पक्का मोर्चा कायम हो चुका है। रोज वहां संख्या बढ़ती जा रही है। आप पत्रकार हैं, आपको रोज खबर आ रही होगी। हनुमानगढ़ से, गंगानगर से, सीकर से, नागौर से, कोटा से, राजस्थान के कोने कोने से, जयपुर से लोग आ रहे हैं। हरियाणा सरकार ने हर तरह की कोशिश कर ली है रोक लेने की। हर नाके पे रोक रही है। कोई ट्रैक्टर ट्रॉली बाहर निकलता हुआ दिखता है, किसी पे झंडा दिखाई देता है, उसको रोक दिया जाता है। अभी भी कार्यकर्ताओं को धमकाया जा रहा है। यहां से कुछ टिकरी बॉर्डर से ट्रॉलियां वापस उस तरफ जाने लगी, उनको कहा कि तुम वापस हनुमानगढ़ चले जाओ, तुम यहां पे आ नहीं सकते हैं। हर तरफ से हरियाणा सरकार तंग कर रही है। मैं आपके सामने कहना चाहता हूं, हरियाणा सरकार ये जो काम कर रही है ये सुप्रीम कोर्ट के आदेश के खिलाफ है। सुप्रीम कोर्ट ने क्लियरली कहा है किसान एक संवैधानिक काम कर रहे हैं, अपनी प्रोटेस्ट दर्ज कर रहे हैं जिसका उनको हक है। जब तक वो कोई वायलेंस नहीं करते, सुप्रीम कोर्ट ने कहा, इसमें क्या बुराई है। तो हरियाणा सरकार का काम क्या है? अगर कोई राजस्थान के हनुमानगढ़ से राजस्थान में आना चाहे हरियाणा होते हुए, हरियाणा सरकार का मतलब क्या है इसे रोकने का? आपके माध्यम से मैं हरियाणा सरकार को चेतावनी देना चाह रहा हूं कि वो सुप्रीम कोर्ट के आदेश के अनुसार शांतिपूर्वक लोकतांत्रिक चल रहे इस आंदोलन में दखलंदाजी करना, किसानों को परेशान करना बंद करे। किसानों की धीरज की परीक्षा और नहीं ली जानी चाहिए। दूसरी बात जो मैं कहना चाहता था वो आज के जो कुछ निर्णय हुए हैं, 4 फैसले आज हुए हैं जिसके बारे में तफसील से हमारे साथी बताएंगे। इस आंदोलन में को आगे बढ़ाने के लिए पहला फैसला ये हुआ है कि कल से 24 घंटे का रिले हंगर स्ट्राइक, क्रमिक अनशन जिसको बोलते हैं, 8 घंटे का नहीं, 24 घंटे का रिले हंगर स्ट्राइक जितनी भी साइट्स हैं सब पे शुरू होगा। और हम देश भर में इस आंदोलन के पक्ष में जहां पे भी धरने चल रहे हैं, बहुत जगह पे धरने चल रहे हैं, सबसे अपील करते हैं कि 24 घंटे का रिले हंगर स्ट्राइक कल से यहां पे शुरू करें। यहां पे 11 लोगों का शुरू होगा। यहां पे जितने भी मोर्चे हैं सब पे 11 लोगों का शुरू होगा। 11 लोगों की टीम 24 घंटे के लिए बैठेगी। उसके बाद 11 लोग उसको शुरू करेंगे। वो यहां पे सब साइट्स पे शुरू होगा
और बाहर देश में जहां भी लोग कर रहे हैं वो अपनी स्ट्रेंथ के हिसाब से इसका फैसला कर सकते हैं। दूसरा, 23 तारीख को चौधरी चरण सिंह की स्मृति में पूरा देश किसान दिवस मनाता है। हमारी अपील है कि आज पूरा देश इसको अन्नदाता के लिए अपनी कृतज्ञता, उसके ग्रेटिट्यूड के दिन के रूप में मनाए और उसके स्वरूप एक दिन का एक खाना, लंच, एक खाना स्किप करें, एक खाना छोड़ें और खाना छोड़ के अन्नदाता को याद करें। और बाकी ये 2 घोषणाएं हैं, बाकी हमारे साथी घोषणाएं करेंगे आगे के कार्यक्रमों के बारे में। 25, 26 और 27 को जो हरियाणा के जो टोल प्लाजा हैं वो सब इस 3 दिन के लिए फ्री किए जाएंगे। एक तो ये है। दूसरी बात ये है कि पूरे वर्ल्ड में जहाँ जहाँ हमारे इंडियन लोग बैठे हैं वो सब एक प्रोटेस्ट करेंगे, शफारत खाने जाएंगे, सरकार को ये बताएंगे, वहाँ से मैसेज देंगे कि वो किसानों की मांग मानने के लिए मजबूर हो। दूसरी बात है, इसी ही तारीख को 26 और 27 को जितने भी एनडीए के साथी संगठन हैं, सभी संगठनों को ये एक मैसेज दिया जाएगा। हमारे संगठन जो पीछे हमारे साथी बैठे हैं किसान, और वो जाएंगे इकट्ठे होकर और उसे मैसेज देंगे कि आप आपके शेयर होल्डर हो इस सरकार के, आप इसके भागीदार हो, इसे मजबूर करें कि इस कानून को वापस ले सरकार, इन कानूनों को। अगर नहीं तो फिर वो भी आने वाले दिनों में उनका भी विरोध हो सकता है। ये और दूसरी बात, उसके आगे की बात है जो 27 तारीख को हमारे प्रधानमंत्री जी मन की बात कहने वाले हैं। वो मन की बात कहेंगे, लेकिन हम पूरे देश को आज की इस प्रेस कॉन्फ्रेंस के माध्यम से ये एक संदेश देना चाहते हैं कि सभी लोग, जैसे एक बार कोरोना को भगाने के लिए हमारे भारत के प्रधानमंत्री जी ने थालियां खड़कवाई थी ना, अब उनकी बात को शोर में, उनकी मन की बात को शोर में डुबो देने के लिए हम पूरे देश के लोगों को ये कहेंगे कि जितनी देर तक प्रधानमंत्री जी मन की बात कहते रहे उतनी देर तक अपने अपने घर पे वो थालियां खड़काकर इसका विरोध करते रहें। ये हमारी आगे का ये प्रोग्राम है। दो पहले ही मेरे भाई साहब ने ये बता दिया।